ਕਿਸਾਨੀ ਦਾ ਮਸਲਾ ਉਹਨੂੰ ਹੱਲ ਕਰਨ ਲਈ ਇੱਕ ਸਵਾਮੀਨਾਥਨ ਕਮਿਸ਼ਨ ਰਿਪੋਰਟ ਦਾ ਜ਼ਿਕਰ ਕੀਤਾ ਜਾਂਦਾ ਹੈ। ਤਾਂ ਇਹ ਅਸਲ ਵਿੱਚ ਹੈ ਕੀ ਹੈ ਜੀ? 2004 ਤੋਂ ਲੈ ਕੇ ਟਿਲ ਡੇਟ ਤੱਕ ਸਾਡੀਆਂ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਸਮੇਂ ਤੇ ਸਰਕਾਰਾਂ ਅੱਗੇ ਆਪਣੀ ਗੁਹਾਰ ਲਾਉਂਦੀਆਂ ਰਹੀਆਂ ਕਿ ਇਹਨੂੰ ਲਾਗੂ ਕਰਨਾ ਚਾਹੀਦਾ। ਬਟ ਕਈ ਵਾਰ ਸਾਡੇ ਜ਼ਿਹਨ 'ਚ ਆਉਂਦਾ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਸਵਾਮੀਨਾਥਨ ਰਿਪੋਰਟ ਹੈ ਕੀ। ਬੀਜ ਦੀ ਸੋਧ ਕੀਤੀ ਜਿਨ੍ਹਾਂ ਦੇ ਵਿੱਚ ਮੈਕਸੀਕੋ ਦੇ ਬੀਜ ਲੈ ਕੇ ਤੇ ਇੰਡੀਆ ਦੇ ਬੀਜਾਂ ਨੂੰ ਮਿਕਸ ਕਰਕੇ ਇੱਕ ਬੀਜ ਤਿਆਰ ਕੀਤਾ ਜਿਹੜਾ ਲਗਭਗ ਸਾਡੀ ਕਣਕ ਦਾ ਜਿਹੜਾ ਝਾੜ ਸੀਗਾ ਪਹਿਲਾਂ ਉਹ 25 ਮਣ ਤੋਂ ਸਡਨਲੀ ਜਿਹੜਾ ਹੈਗਾ ਉਹ 50 ਮਣ ਤੇ ਚਲੇ ਗਿਆ ਸੀ। ਤਾਂ ਉਹਦੇ ਕਾਰਨ ਹੀ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੀ ਹਰੀ ਕ੍ਰਾਂਤੀ ਹੈ ਉਹਨਾਂ ਦੇ ਜਨਮਦਾਤਾ ਵੀ ਇਹਨਾਂ ਨੂੰ MS ਸਵਾਮੀਨਾਥਨ ਜੀ ਉਹਨਾਂ ਨੂੰ ਕਿਹਾ ਜਾਂਦਾ ਹੈ। ਉਹਨਾਂ ਦੇ ਵਿੱਚ ਸਵਾਮੀਨਾਥਨ ਨੇ ਬੜਾ ਰੀਲੀ ਕਿਹਾ ਸੀਗਾ ਕਿ ਜਿੰਨੀ ਵੀ ਸਾਡੀ ਖੇਤੀ ਤੇ ਲਾਗਤ ਆਉਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਪੈਸਟੀਸਾਈਡ ਜਾਂ ਹੋਰ ਵੀ ਜਿੰਨੇ ਸਾਡੇ ਡੀਜ਼ਲ ਤੇਲ ਦੇ ਖਰਚੇ ਤੇ ਜਿਹੜੀ ਫੈਮਿਲੀ ਉਹਦੇ ਵਿੱਚ ਕੰਮ ਕਰਦੀ ਉਹਦੀ ਦਿਹਾੜੀ ਜੋੜ ਕੇ ਉਹਨਾਂ ਨੇ ਕਿਹਾ ਸੀ ਅਗਰ ਉਹਦਾ 100 ਰੁਪਏ ਖਰਚਾ ਆਉਂਦਾ ਤਾਂ ਉਹਨੂੰ 150 ਮਿਲਣਾ ਚਾਹੀਦਾ। ਇਕੱਲਾ ਕਮਿਸ਼ਨ ਪੰਜਾਬ ਤੇ ਨਹੀਂ ਬਣਾਇਆ ਗਿਆ, ਪੂਰੇ ਦੇਸ਼ ਦੇ ਕਿਸਾਨਾਂ ਦਾ ਸੀਗਾ। ਤਾਂ ਅਗਰ ਇਹਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਕਿਸਾਨਾਂ ਦਾ ਜਿਹੜਾ ਕਿੰਨੇ % ਫਾਇਦਾ ਹੋ ਸਕਦਾ ਹੈ? ਤਾਂ ਉਹ ਕਿਸਾਨਾਂ ਦੀ ਜਿਹੜੀ ਹੈ ਨਿਸ਼ਚਿਤ ਰੂਪ 'ਚ ਜਿਹੜਾ ਹੈਗਾ ਸੁਧਾਰ ਹੋਊਗਾ। ਜਿੰਦਾਬਾਦ ਚੈਨਲ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਮੈਂ ਅਮਨਦੀਪ ਸਿੰਘ ਗੜੀ। ਸੋ ਬਹੁਤ ਹੀ ਜ਼ਿਆਦਾ ਮਸਲਾ ਜਿਹੜਾ ਭਖਿਆ ਹੋਇਆ ਆ ਪੂਰੇ ਦੇਸ਼ ਦੁਨੀਆ ਦੇ ਵਿੱਚ, ਜਿਹੜਾ ਆ ਕਿਸਾਨੀ ਦਾ ਮਸਲਾ ਜਿਹੜਾ ਆ ਉਹ ਕਾਫੀ ਜ਼ਿਆਦਾ ਭਖ ਚੁੱਕਿਆ ਆ। ਪਰ ਕਿਸਾਨੀ ਦੇ ਮਸਲੇ ਦੇ ਹੱਲ ਕਰਨ ਲਈ ਅਕਸਰ ਜਿਹੜਾ ਹੈ ਇੱਕ ਸਵਾਮੀਨਾਥਨ ਕਮਿਸ਼ਨ ਜਿਹੜੀ ਰਿਪੋਰਟ ਆ ਉਹਦੀ ਗੱਲਬਾਤ ਕੀਤੀ ਜਾਂਦੀ ਹੈ। ਕਾਫੀ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਵੀ ਇਹ ਮੰਗ ਰੱਖੀ ਜਾਂਦੀ ਕਿ ਉਸ ਰਿਪੋਰਟ ਨੂੰ ਜਿਹੜਾ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪਰ ਅਸਲ 'ਚ ਸਵਾਮੀਨਾਥਨ ਹੈ ਕਿ ਉਹ ਰਿਪੋਰਟ ਕਿਹੜੀ ਆ, ਉਹਨਾਂ ਨਾਲ ਕਿਸਾਨਾਂ ਦਾ ਕਿਸ ਤਰ੍ਹਾਂ ਫਾਇਦਾ ਹੋਣਾ ਆ। ਸੋ ਇਹਦੇ ਸਭ ਬਾਰੇ ਆਪਾਂ ਜਾਣਾਂਗੇ। ਉਸ ਬਾਰੇ ਜਾਣਨ ਲਈ ਸਾਡੇ ਨਾਲ ਹਰਪ੍ਰੀਤ ਸਿੰਘ ਗੋਲੂਕੇ ਜੁੜੇ ਹੋਏ ਨੇ, ਜੋ ਕਿ ਕਿਸਾਨ ਚਿੰਤਕ ਵੀ ਆਪਾਂ ਕਹਿ ਸਕਦੇ, ਕਿਸਾਨੀ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਕ ਵੀ ਹੈਗੇ ਆ ਤੇ ਜੋ ਵੀ ਕਿਸਾਨੀ ਮਸਲੇ ਉਹਨਾਂ ਨੂੰ ਲੈ ਕੇ ਆਵਾਜ਼ ਵੀ ਉਠਾਉਂਦੇ ਤੇ ਇੱਕ ਸੱਚ ਦੇ ਨਾਮ ਤੋਂ ਇਹਨਾਂ ਨੂੰ ਜਿਹੜਾ ਆ ਜਾਣਿਆ ਜਾਂਦਾ। ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਜੀ, ਜੋ ਕਿਸਾਨੀ ਮਸਲਾ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ, ਹੈ ਨਾ ਜੀ, ਜੋ ਕਿਸਾਨਾਂ ਦਾ ਮਸਲਾ ਹੈਗਾ ਆ, ਤਕਰੀਬਨ ਕਿਸਾਨ ਜਿਹੜੇ ਆ 10-11 ਮਹੀਨੇ ਤੋਂ ਦਿੱਲੀ ਦੀਆਂ ਸੜਕਾਂ ਤੇ ਰੋਲ ਰਹੇ। ਜੇ ਗੱਲ ਕਰ ਲਈਏ ਪਿੱਛੇ ਪੰਜਾਬ ਵਿੱਚ ਵੀ ਗੁਲਾਬੀ ਸੁੰਡੀ ਨੂੰ ਲੈ ਕੇ ਵੀ ਕਿਸਾਨਾਂ ਨੂੰ ਜਿਹੜਾ ਸੰਘਰਸ਼ ਕਰਨਾ ਪੈ ਰਿਹਾ, ਹੈ ਨਾ ਜੀ। ਪਰ ਉਹਦੇ ਜੋ ਕਿਸਾਨੀ ਦਾ ਮਸਲਾ ਉਹਨੂੰ ਹੱਲ ਕਰਨ ਲਈ ਇੱਕ ਸਵਾਮੀਨਾਥਨ ਕਮਿਸ਼ਨ ਰਿਪੋਰਟ ਦਾ ਜ਼ਿਕਰ ਕੀਤਾ ਜਾਂਦਾ ਹੈ। ਅਕਸਰ ਇਹ ਸਵਾਮੀਨਾਥਨ ਜਿਹੜੀ ਕਮਿਸ਼ਨ ਰਿਪੋਰਟ ਹੈ ਇਹ ਅਸਲ ਵਿੱਚ ਹੈ ਕੀ ਹੈ ਜੀ? ਦੇਖੋ ਜੀ, ਮੈਂ ਦੇਸ਼ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਕਿਸਾਨ ਹੈ ਜਾਂ ਉਹ ਰੋਟੀ ਖਾਂਦਾ ਹੈ ਤਾਂ ਉਹਨਾਂ ਨੂੰ ਸਵਾਮੀਨਾਥਨ ਰਿਪੋਰਟ ਬਾਰੇ ਜਾਣਕਾਰੀ ਹੋਣੀ ਬਿਲਕੁਲ ਅਤੀ ਜ਼ਰੂਰੀ ਹੈ। ਕਿਉਂਕਿ ਜਦੋਂ ਤੱਕ ਆਪਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ ਤਾਂ ਆਪਾਂ ਸਰਕਾਰਾਂ ਅੱਗੇ ਸਵਾਲ ਨਹੀਂ ਚੁੱਕ ਸਕਦੇ ਹੁੰਦੇ। ਸਵਾਮੀਨਾਥਨ ਰਿਪੋਰਟ ਇਹੋ ਜਿਹੀ ਰਿਪੋਰਟ ਹੈ ਜਿਹਦੇ ਬਾਰੇ 2004 ਤੋਂ ਲੈ ਕੇ ਟਿਲ ਡੇਟ ਤੱਕ ਸਾਡੀਆਂ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਸਮੇਂ ਤੇ ਸਰਕਾਰਾਂ ਅੱਗੇ ਆਪਣੀ ਗੁਹਾਰ ਲਾਉਂਦੀਆਂ ਰਹੀਆਂ ਕਿ ਇਹਨੂੰ ਲਾਗੂ ਕਰਨਾ ਚਾਹੀਦਾ। ਬਟ ਕਈ ਵਾਰ ਸਾਡੇ ਜ਼ਿਹਨ 'ਚ ਆਉਂਦਾ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਸਵਾਮੀਨਾਥਨ ਰਿਪੋਰਟ ਹੈ ਕੀ। ਤੇ ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਰਿਪੋਰਟ ਬਾਰੇ ਸਾਡੇ ਪੂਰੇ ਦੇਸ਼ ਵਾਸੀਆਂ ਨੂੰ ਪਤਾ ਹੋਣਾ ਜ਼ਰੂਰੀ ਹੈ। ਤੇ ਇਹ ਸਵਾਮੀਨਾਥਨ ਰਿਪੋਰਟ ਜਿਹੜੀ ਹੈ ਇਹਦੇ ਵਿੱਚ ਜਿਹੜੇ MS ਸਵਾਮੀਨਾਥਨ ਇਹ ਤਾਮਿਲਨਾਡੂ ਦੇ ਵਿੱਚ ਪੈਦਾ ਹੋਏ ਤੇ ਇਹਨਾਂ ਦਾ ਜਿਹੜਾ ਬਰਥ ਹੈ 1925 ਦੇ ਵਿੱਚ ਹੋਇਆ। ਤੇ ਪਹਿਲਾਂ ਇਹਨਾਂ ਦੀ ਜਿਹੜੀ ਪੜ੍ਹਾਈ ਸੀ ਉਹ ਜੈਨੇਟਿਕ ਦੀ ਸੀਗੀ ਪਲਾਂਟਸ ਤੇ। ਤਾਂ ਫਿਰ ਇਹਨਾਂ ਨੇ 1966 ਦੇ ਵਿੱਚ ਆਪਣੇ ਬੀਜ ਦੀ ਸੋਧ ਕੀਤੀ ਜਿਨ੍ਹਾਂ ਦੇ ਵਿੱਚ ਮੈਕਸੀਕੋ ਦੇ ਬੀਜ ਲੈ ਕੇ ਤੇ ਇੰਡੀਆ ਦੇ ਬੀਜਾਂ ਨੂੰ ਮਿਕਸ ਕਰਕੇ ਇੱਕ ਬੀਜ ਤਿਆਰ ਕੀਤਾ ਜਿਹੜਾ ਲਗਭਗ ਸਾਡੀ ਕਣਕ ਦਾ ਜਿਹੜਾ ਝਾੜ ਸੀਗਾ ਪਹਿਲਾਂ ਉਹ 25 ਮਣ ਤੋਂ ਸਡਨਲੀ ਜਿਹੜਾ ਹੈਗਾ ਉਹ 50 ਮਣ ਤੇ ਚਲੇ ਗਿਆ ਸੀ। ਤਾਂ ਉਹਦੇ ਕਾਰਨ ਹੀ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੀ ਹਰੀ ਕ੍ਰਾਂਤੀ ਹੈ ਉਹਨਾਂ ਦੇ ਜਨਮਦਾਤਾ ਵੀ ਇਹਨਾਂ ਨੂੰ MS ਸਵਾਮੀਨਾਥਨ ਜੀ ਉਹਨਾਂ ਨੂੰ ਕਿਹਾ ਜਾਂਦਾ ਹੈ। ਤਾਂ ਫਿਰ ਬਾਅਦ ਦੇ ਵਿੱਚ ਉਸ ਮੌਕੇ ਦੀ ਗਵਰਨਮੈਂਟ ਦੁਆਰਾ 2004 ਦੇ ਵਿੱਚ ਕਮਿਸ਼ਨ ਔਨ ਫਾਰਮਰ ਬਣਾਇਆ ਗਿਆ ਜਿਹਦੀਆਂ 6 ਰਿਪੋਰਟਾਂ ਸਰਕਾਰ ਨੂੰ MS ਸਵਾਮੀਨਾਥਨ ਨੇ ਦਿੱਤੀਆਂ ਜੀ। ਤੇ ਉਹਨਾਂ ਦੇ ਵਿੱਚ ਸਿਫਾਰਸ਼ਾਂ ਕੀਤੀਆਂ ਗਈਆਂ। ਉਹ ਸਿਫਾਰਸ਼ਾਂ ਦਾ ਜਿਹੜਾ ਹੈਗਾ ਜ਼ਿਕਰ ਉਹ ਸਾਡੇ ਦੇਸ਼ ਵਾਸੀਆਂ ਨੂੰ ਵੀ ਜਾਣਨਾ ਜ਼ਰੂਰੀ ਹੈ ਕਿਉਂਕਿ ਜਿਹੜੇ ਵੀ ਅਸੀਂ ਕਿਸਾਨ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਕੀ ਸਿਫਾਰਸ਼ਾਂ ਕੀਤੀਆਂ ਉਹਦਾ ਵੀ ਪਤਾ ਹੋਣਾ ਜ਼ਰੂਰੀ ਹੈ। ਉਹਨਾਂ ਦੇ ਵਿੱਚ ਸਵਾਮੀਨਾਥਨ ਨੇ ਬੜਾ ਰੀਲੀ ਕਿਹਾ ਸੀਗਾ ਕਿ ਜਿੰਨੀ ਵੀ ਸਾਡੀ ਖੇਤੀ ਤੇ ਲਾਗਤ ਆਉਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਪੈਸਟੀਸਾਈਡ ਜਾਂ ਹੋਰ ਵੀ ਜਿੰਨੇ ਸਾਡੇ ਡੀਜ਼ਲ ਤੇਲ ਦੇ ਖਰਚੇ ਤੇ ਜਿਹੜੀ ਫੈਮਿਲੀ ਉਹਦੇ ਵਿੱਚ ਕੰਮ ਕਰਦੀ ਉਹਦੀ ਦਿਹਾੜੀ ਜੋੜ ਕੇ ਉਹਨਾਂ ਨੇ ਕਿਹਾ ਸੀ ਅਗਰ ਉਹਦਾ 100 ਰੁਪਏ ਖਰਚਾ ਆਉਂਦਾ ਤਾਂ ਉਹਨੂੰ 150 ਮਿਲਣਾ ਚਾਹੀਦਾ। ਜਿਹਨੂੰ ਕਿਹਾ ਸੀ ਲਾਗਤ ਮੁੱਲ ਤੇ 50% ਐਕਸਟਰਾ ਮਿਲਣਾ ਚਾਹੀਦਾ ਉਹਨਾਂ ਨੂੰ।
ਤਾਂ ਜਿਹੜੇ ਸਾਡੇ ਦੇਸ਼ ਦੇ ਕਿਸਾਨ ਦੇ ਜਿਹੜੀ ਹੈਗੀ ਆ ਉਹ ਸੁਧਾਰ ਹੋ ਸਕਦਾ। ਤੇ ਇਹਦੇ ਵਿੱਚ ਮੈਂ ਮੋਸਟ ਇੰਪੋਰਟੈਂਟ ਇੱਕ ਹੋਰ ਗੱਲ ਕਹਿ ਦੇਣੀ ਚਾਹੁੰਦਾ ਕਿ ਜਿਹੜੇ ਸਾਡੇ ਦੇਸ਼ ਦੇ ਲੋਕ ਆ ਉਹ ਇਹ ਇਕੱਲਾ ਕਮਿਸ਼ਨ ਪੰਜਾਬ ਤੇ ਨਹੀਂ ਬਣਾਇਆ ਗਿਆ, ਪੂਰੇ ਦੇਸ਼ ਦੇ ਕਿਸਾਨਾਂ ਦਾ ਸੀਗਾ। ਇਹਦੇ ਵਿੱਚ ਉਹਨਾਂ ਦੀਆਂ ਸਿਫਾਰਿਸ਼ਾਂ ਸੀਗੀਆਂ ਕਿ ਜਿਹੜੀਆਂ ਜ਼ਮੀਨਾਂ ਖਾਲੀ ਪਈਆਂ ਉਹ ਗਰੀਬਾਂ ਨੂੰ ਦੇ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਜਿਵੇਂ ਆਦੀਵਾਸੀ ਜੰਗਲਾਂ ਵਿੱਚ ਰਹਿੰਦੇ ਆ, ਉਹਨਾਂ ਨੂੰ ਉਹਨਾਂ ਦੇ ਜੰਗਲਾਂ ਦੇ ਵਿੱਚ ਅਧਿਕਾਰ ਦਿੱਤੇ ਜਾਣੇ ਚਾਹੀਦੇ ਆ ਵੀ ਉਹ ਉੱਥੇ ਆਪਣੀ ਜ਼ਿੰਦਗੀ ਬਸਰ ਕਰ ਸਕਣ, ਤਾਂ ਉਹਨਾਂ ਦੀ ਜ਼ਿੰਦਗੀ ਦਾ ਪੱਧਰ ਆ ਜਿਹੜਾ ਉਹ ਉੱਚਾ ਹੋ ਸਕੇ। ਕਿਉਂਕਿ ਆਜ਼ਾਦੀ ਤੋਂ ਪਹਿਲਾਂ ਇਹ ਜਿਹੜੇ ਸਾਡੇ ਸੀਗੇ ਬ੍ਰਿਟਿਸ਼ ਗਵਰਨਮੈਂਟ, ਉਹਨਾਂ ਨੇ ਅਧਿਕਾਰ ਜਿਹੜੇ ਆਦੀਵਾਸੀਆਂ ਦੇ ਲੈ ਲਏ ਸੀ, ਉਹ ਕਹਿੰਦੇ ਸੀ ਉਹਨਾਂ ਦੇ ਦੁਬਾਰਾ ਤੋਂ ਬਹਾਲ ਕਰ ਦਿੱਤੇ ਜਾਣੇ ਚਾਹੀਦੇ ਨੇ। ਅਗਰ ਕੋਈ ਸਾਡੇ ਦੇਸ਼ ਤੇ ਵਿਪਤਾ ਪੈਂਦੀ ਹੈ ਤਾਂ ਕਿਸਾਨਾਂ ਨੂੰ ਉਹਦਾ ਜਿਹੜਾ ਹੈਗਾ ਕੰਪਨਸੇਸ਼ਨ ਮਿਲਣਾ ਚਾਹੀਦਾ, ਇੰਸ਼ੋਰੈਂਸ ਹੋਣੀ ਚਾਹੀਦੀ ਹੈ ਖੇਤੀ ਦੇ ਉੱਤੇ। ਜੇ ਅਗਰ ਕੋਈ ਖੁਦਾ ਨਾ ਖਾਸਤਾ ਕੋਈ ਐਸੀ ਵਿਪਤਾ ਪੈਂਦੀ ਹੈ ਕਿਸਾਨ ਤੇ, ਤਾਂ ਉਹਨੂੰ ਉਹਦਾ ਇੰਸ਼ੋਰੈਂਸ ਮੁੱਲ ਮਿਲਣਾ ਚਾਹੀਦਾ। ਤੇ ਜਿਹੜੇ ਲੋਕ ਮਤਲਬ ਬਿਜਲੀ ਦਾ ਪ੍ਰਬੰਧ ਹੋਣਾ ਚਾਹੀਦਾ, ਪਾਣੀ ਦਾ ਹੋਣਾ ਚਾਹੀਦਾ, ਜਿਵੇਂ ਤਲਾਬ ਬਣਾ ਦਿੱਤੇ ਜਾਣੇ ਚਾਹੀਦੇ ਨੇ ਨਰੇਗਾ ਰਾਹੀਂ, ਉਹਨਾਂ ਨੂੰ ਯੂਟੀਲਾਈਜ਼ ਕਰਕੇ ਇਹ ਜਿਹੜਾ ਖੇਤੀ ਦਾ ਜਿੱਥੇ ਪਾਣੀ ਦਾ ਸੋਰਸ ਨਹੀਂ ਹੈ ਉੱਥੇ ਪਾਣੀ ਦੇ ਸੋਰਸ ਹੋਣੇ ਚਾਹੀਦੇ ਆ ਜੀ। ਤੇ ਇਹ ਸਿਫਾਰਿਸ਼ਾਂ ਸੀ ਤੇ ਬਹੁਤ ਮਤਲਬ ਕਿਸਾਨੀ ਮਤਲਬ ਹਿੱਤ ਵਿੱਚ ਸੀਗੀਆਂ। ਪਰ ਸਾਡੀ ਬਦਕਿਸਮਤੀ ਹੈ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਉਹ ਕਿਸਾਨਾਂ ਨੂੰ ਹਮੇਸ਼ਾ ਝੂਠੇ ਵਾਅਦੇ ਕਰਦੇ ਰਹੀਆਂ ਤੇ ਕਿਸਾਨ ਵੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਉਂਦਾ ਰਿਹਾ। ਤੇ ਹੁਣ ਕਿਸਾਨਾਂ ਨੂੰ ਮਤਲਬ ਇਹ ਜਿਹੜੇ 3 ਬਿੱਲ ਪਾਸ ਕੀਤੇ ਗਏ ਆ ਉਹਦੇ ਲਈ ਆਪਾਂ ਸਾਰਿਆਂ ਨੂੰ ਪਤਾ ਕਿ 1 ਸਾਲ ਤੋਂ ਉੱਥੇ ਕਿੰਨੀਆਂ ਸ਼ਹਾਦਤਾਂ ਹੋ ਚੁੱਕੀਆਂ ਤੇ ਕਿਵੇਂ ਉਹ ਗਰਮੀ ਤੇ ਸਰਦੀ ਵਿੱਚ ਸਾਡਾ ਕਿਸਾਨ ਬੈਠਾ ਹੈ। ਤੇ ਉਹਦੇ ਲਈ ਇਹ ਜਿਹੜੀ ਹੈਗੀ ਜਾਗਰੂਕਤਾ ਹੋਣੀ ਸਾਡੇ ਲਈ ਅਤੀ ਜ਼ਰੂਰੀ ਹੈ। ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋ ਪੂੰਜੀਵਾਦੀ ਸਿਸਟਮ ਚੱਲ ਰਿਹਾ ਹੈ, ਅਗਰ ਸਵਾਮੀਨਾਥਨ ਕਮਿਸ਼ਨ ਰਿਪੋਰਟ ਜਿਹੜੀ ਆ ਉਹ ਲਾਗੂ ਹੋ ਜਾਂਦੀ ਆ ਤਾਂ ਇੱਕ ਸਮਾਜਵਾਦੀ ਸਿਸਟਮ ਆ ਉਹ ਵੀ ਉਤਪੰਨ ਹੋ ਸਕਦਾ ਆ, ਜਿਹੜੀ ਲੋਕਾਂ ਦਾ ਆਪਣਾ ਸਿਸਟਮ ਆ ਸਕਦਾ ਜੋ ਲੋਕਤੰਤਰ ਵਿੱਚ ਅਸਲ 'ਚ ਹੋਣਾ ਚਾਹੀਦਾ ਜੀ। ਦੇਖੋ ਜੀ, ਮੈਂ ਇੱਕ ਇਹਦੇ ਵਿੱਚ ਗੱਲ ਕੋਡ ਕਰ ਦੇਣੀ ਚਾਹੁੰਦਾ। ਸੁਕਰਾਤ ਬਾਰੇ ਅਸੀਂ ਸਾਰਿਆਂ ਨੇ ਸੁਣਿਆ ਜੀ ਕਿ ਉਹ ਇੱਕ ਗ੍ਰੀਸ ਦੇ ਬਹੁਤ ਵੱਡੇ ਫਿਲਾਸਫਰ ਸੀ, ਪ੍ਰੋਫੈਸਰ ਵੀ ਸੀ। ਤਾਂ ਉਹਨਾਂ ਨੇ ਕਿਹਾ ਸੀ ਕਿ ਲੋਕਤੰਤਰ ਹੈ ਇਹ ਉੱਥੇ ਬਹੁਤ ਘਾਤਕ ਸਿੱਧ ਹੋ ਸਕਦਾ ਜਿੱਥੇ ਲੋਕ ਪੜ੍ਹੇ ਲਿਖੇ ਨਹੀਂ, ਜਿਨ੍ਹਾਂ ਨੂੰ ਲੋਕਤੰਤਰ ਦੇ ਵਿੱਚ ਮੈਨੂਪੂਲੇਟ ਕੀਤਾ ਜਾ ਸਕਦਾ, ਉੱਥੇ ਇਹ ਬਹੁਤ ਘਾਤਕ ਹੋ ਸਕਦਾ। ਤੇ ਸਾਡੇ ਦੇਸ਼ ਦੇ ਵਿੱਚ ਇਦਾਂ ਹੀ ਹੁੰਦਾ ਕਿ ਸਾਡੀਆਂ ਸਰਕਾਰਾਂ ਸਾਨੂੰ ਕਿਸੇ ਨੂੰ ਪੈਸਾ ਦੇ ਕੇ, ਕਿਸੇ ਨੂੰ ਕੋਈ ਨਿੱਜੀ ਹੋਰ ਲਾਲਚ ਦੇ ਕੇ ਜਾਂ ਕੋਈ ਸ਼ਰਾਬ ਪੈਸਾ ਆਪਾਂ ਆਮ ਦੇਖਦੇ ਹਾਂ ਵੰਡਿਆ ਜਾਂਦਾ ਹੈ। ਮੀਡੀਆ ਨੂੰ ਅੱਜ ਕੱਲ੍ਹ ਨੈਸ਼ਨਲ ਮੀਡੀਆ ਨੂੰ ਖਾਸ ਕਰਕੇ ਜਿਹੜਾ ਹੈਗਾ ਉਹ ਮਿਸਯੂਜ਼ ਹੋ ਰਿਹਾ ਉਹਦਾ, ਤੇ ਇਹ ਬੜੀ ਸਾਡੇ ਲਈ ਜਿਹੜਾ ਲੋਕਤੰਤਰ ਹੈ ਇਸ ਕਰਕੇ ਘਾਤਕ ਸਿੱਧ ਹੋ ਰਿਹਾ। ਸਰਕਾਰਾਂ ਗਲਤ ਚੁਣੀਆਂ ਜਾ ਰਹੀਆਂ ਨੇ, ਲੋਕ ਗਲਤ ਵਿੱਚ ਕ੍ਰਿਮੀਨਲ ਆ ਗਏ ਨੇ। ਤੁਸੀਂ ਸਾਰੇ ਦੇਸ਼ ਵਾਸੀ ਜਾਣਦੇ ਆ ਕਿ 70% ਤੋਂ ਵੱਧ ਕ੍ਰਿਮੀਨਲ ਜਿਹੜੇ ਨੇ ਸਾਡੇ MP ਮਿਨਿਸਟਰ ਬੈਠੇ ਨੇ। ਆਪਾਂ ਲਖੀਮਪੁਰੀ ਖੀਰੀ ਦੀ ਅਗਰ ਗੱਲ ਕਰੀਏ ਤਾਂ ਉਹਦੇ ਵਿੱਚ ਸਾਰੇ ਵਰਲਡ ਨੇ ਦੇਖਿਆ ਕਿਵੇਂ ਉਹਨਾਂ ਨੇ ਸਾਡੇ ਨਾਲ ਕਿਸਾਨਾਂ ਨਾਲ ਅਤਿਆਚਾਰ ਕਰਕੇ ਸਾਡੇ ਕਿਸਾਨ ਦਿਨ ਦਿਹਾੜੇ ਜਿਹੜੇ ਮੀਡੀਆ 'ਚ ਵੀਡੀਓ 'ਚ ਆਪਾਂ ਦੇਖਦੇ ਹਾਂ ਮਾਰ ਦਿੱਤੇ ਜੀ। ਤੇ ਇਸ ਕਰਕੇ ਇਹਦੇ ਵਿੱਚ ਸਾਨੂੰ ਜਾਗਰੂਕ ਹੋਣਾ ਅਤੀ ਜ਼ਰੂਰੀ ਹੈ, ਨਹੀਂ ਤਾਂ ਇਹ ਜਿਹੜੀਆਂ ਸਰਕਾਰਾਂ ਨੇ ਸਾਡੀ ਮਤਲਬ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਾਡੇ ਬੱਚਿਆਂ ਲਈ ਸਾਡੇ ਆਉਣ ਵਾਲਾ ਸਮਾਜ ਹੋਰ ਵੀ ਘਾਤਕ ਹੋ ਸਕਦਾ ਜੇ ਅਸੀਂ ਹੁਣ ਰਹਿੰਦੇ ਟਾਈਮ ਨਾ ਜਾਗੇ ਜੀ। ਗੱਲ ਕਰ ਲਈਏ ਕਿਸਾਨਾਂ ਦੀ, ਜੈ ਜਵਾਨ ਜੈ ਕਿਸਾਨ ਦਾ ਨਾਰਾ ਲਗਾਇਆ ਜਾਂਦਾ ਆ। ਕਿਸਾਨ ਜਿਹੜਾ ਪੂਰੇ ਦੇਸ਼ ਨੂੰ ਅੰਨ ਦਿੰਦਾ ਆ, ਤੇ ਤੁਹਾਡੀ ਸੋਚ ਮੁਤਾਬਕ ਜੋ ਤੁਸੀਂ ਰਾਜਨੀਤਿਕ ਸਮਝ ਵੀ ਰੱਖਦੇ ਹੋ ਨਾ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਜੋ ਵੀ ਇਹ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਗਰ ਇਹਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਕਿਸਾਨਾਂ ਦਾ ਜਿਹੜਾ ਕਿੰਨੇ % ਫਾਇਦਾ ਹੋ ਸਕਦਾ ਹੈ? ਦੇਖੋ ਜੀ, ਕਿਸਾਨਾਂ ਦੀ ਜਿਹੜੀ ਹੈਗੀ ਅੱਜ ਦੀ ਹਾਲਤ ਉਹ ਤਾਂ ਬਹੁਤ ਤਰਸਯੋਗ ਹਾਲਤ ਹੈ ਜੀ। ਤੇ ਇਹਦੇ ਵਿੱਚ ਅਗਰ ਸਵਾਮੀਨਾਥਨ ਰਿਪੋਰਟ ਲਾਗੂ ਕਰਦੀ ਹੈ, ਜੋ ਇੱਕ BJP ਨੇ ਵੀ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਜਦੋਂ ਫਾਰਮ 'ਚ ਆਊਗੀ ਤਾਂ ਅਸੀਂ ਇਹਨੂੰ ਇਮੀਡੀਏਟ ਲਾਗੂ ਕਰਾਂਗੇ, ਜੋ ਇਹਨਾਂ ਨੇ ਵਾਅਦਾ ਪੂਰਾ ਨਹੀਂ ਕੀਤਾ ਜੀ। ਅਗਰ ਉਹ ਲਾਗੂ ਕਰਦੀ ਹੈ ਗਵਰਨਮੈਂਟ ਤਾਂ ਉਹ ਕਿਸਾਨਾਂ ਦੀ ਜਿਹੜੀ ਹੈ ਨਿਸ਼ਚਿਤ ਰੂਪ 'ਚ ਜਿਹੜਾ ਹੈਗਾ ਸੁਧਾਰ ਹੋਊਗਾ। ਤੇ ਜਿਹੜੀ ਕਿਸਾਨਾਂ ਦੀ ਅੱਜ ਸੁਸਾਈਡ ਕਰ ਰਿਹਾ ਜਾਂ ਹੋਰ ਕਈ ਤਰੀਕਿਆਂ ਨਾਲ ਗਰੀਬੀ ਦੀ ਜ਼ਿੰਦਗੀ ਜੀ ਰਿਹਾ, ਉਹਦੇ ਵਿੱਚ ਬਿਲਕੁਲ ਸੁਧਾਰ ਹੋ ਸਕਦਾ ਅਗਰ ਸਵਾਮੀਨਾਥਨ ਰਿਪੋਰਟ ਲਾਗੂ ਹੁੰਦੀ ਹੈ ਜੀ। ਤੇ ਸਰਕਾਰ ਕਿਉਂ ਨਹੀਂ ਇਸ ਨੂੰ ਲਾਗੂ ਕਰਨਾ ਚਾਹੀਦੀ? ਇਹਦਾ ਕੀ ਕਾਰਨ ਹੋ ਸਕਦਾ? ਸਰਕਾਰ ਦੇ ਪਿੱਛੇ ਕੋਈ ਖਾਸ ਏਜੰਡਾ ਹੈ ਜਿਹਦਾ ਕੋਈ ਖਾਸ? ਦੇਖੋ ਜੀ, ਤੁਸੀਂ ਅੱਗੇ ਇੱਕ ਕੁਐਸਚਨ ਕੀਤਾ ਸੀ, ਉਹਦੇ ਵਿੱਚ ਪੂੰਜੀਵਾਦ ਜਿਹੜਾ ਹੈਗਾ, ਇਹ ਸਰਕਾਰਾਂ ਜਿਹੜੀਆਂ ਨੇ, ਇਹ ਮੈਂ ਥੋੜਾ ਜਿਹਾ ਤੁਹਾਡੇ ਵੀਡੀਓ ਤਾਂ ਸ਼ਾਇਦ ਲੰਬਾ ਹੋ ਰਿਹਾ ਬਟ ਮੈਂ ਇਹ ਜ਼ਰੂਰੀ ਦੱਸ ਦੇਣਾ ਚਾਹੁੰਦਾ, ਇਹ ਸਾਡੀ ਵਰਲਡ ਦੀ ਰਾਜਨੀਤੀ ਕਿੱਦਾਂ ਕੰਮ ਕਰਦੀ ਹੈ। ਦੇਖੋ, ਜਿਹੜਾ ਅਮਰੀਕਾ ਜਾਂ ਯੂਰਪ ਹੈ ਜੀ, ਉਹਨਾਂ ਨੂੰ ਵੀ ਸਰਕਾਰਾਂ ਜਿਹੜੀਆਂ ਉਹਨਾਂ ਦੀਆਂ ਵੀ ਕਾਰਪੋਰੇਟ ਰਾਹੀਂ ਬਣਦੀਆਂ, ਕਾਰਪੋਰੇਟ ਦਾ ਪੈਸਾ ਲੱਗਦਾ ਹੈ ਤੇ ਫਿਰ ਉਹਦੇ ਅਕੋਰਡਿੰਗ ਹੀ ਕਾਰਪੋਰੇਟ ਦੇ ਫਾਇਦੇ ਲਈ ਉਹ ਸਰਕਾਰਾਂ ਕੰਮ ਕਰਦੀਆਂ ਜੀ। ਸਾਡੇ ਦੇਸ਼ ਵਿੱਚ ਵੀ ਵਰਲਡ ਦੇ ਲੋਕਾਂ ਦੇ ਕਾਰਪੋਰੇਟਸ ਦੇ ਪੈਸੇ ਲੱਗੇ ਹੋਏ ਨੇ। ਸਾਡੇ ਦੇਸ਼ ਵਿੱਚ ਜਿਹੜਾ ਸਾਡੇ ਦੇਸ਼ ਦਾ ਕਾਰਪੋਰੇਟ ਹੈ, ਅਡਾਨੀ ਅੰਬਾਨੀ ਆਪਾਂ ਸਾਰੇ ਸੁਣਦੇ ਹਾਂ, ਇਹਨਾਂ ਦੇ ਪੈਸੇ ਲੱਗੇ ਹੋਏ ਨੇ। ਇਹਨਾਂ ਦਾ ਬਹੁਤ ਵੱਡਾ ਹਿੱਸਾ ਹੈ ਜਦੋਂ ਸਰਕਾਰਾਂ ਬਣਦੀਆਂ ਤੇ ਇਹ ਪੈਸਾ ਇਨਵੈਸਟ ਕਰਦੇ ਨੇ ਇਹਨਾਂ ਦੇ ਜਹਾਜ਼ਾਂ ਵਿੱਚ। ਇਹ ਕੰਪੇਨ ਕਰਦੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਸਾਰੀਆਂ ਪਾਰਟੀਆਂ ਨੂੰ ਫੰਡਿੰਗ ਕਰਦੇ ਆ।
ਜਿਹੜੀ ਵੀ ਸਰਕਾਰ ਫਾਰਮ ਹੁੰਦੀ ਹੈ ਉਹ ਵਰਲਡ ਦੇ ਕਾਰਪੋਰੇਟ ਲਈ ਤੇ ਸਾਡੇ ਦੇਸ਼ ਦੇ ਕਾਰਪੋਰੇਟ ਲਈ ਕੰਮ ਕਰਦੀ ਹੈ। ਸਾਨੂੰ ਇੱਕ ਬਹੁਤ ਵੱਡਾ ਵਹਿਮ ਹੈ ਕਿ ਮੈਂ ਇੱਕ ਵੋਟਰ ਹਾਂ ਤੇ ਮੇਰੀ ਇੱਕ ਵੋਟ ਨਾਲ ਮੇਰੇ ਦੇਸ਼ ਦਾ MP ਬਣਿਆ ਜਾਂ MLA ਬਣਿਆ ਸਾਡੇ ਲਈ ਕੰਮ ਕਰਨ, ਪਰ ਉਹ ਸਾਨੂੰ ਸਮਝਣ ਦੀ ਲੋੜ ਹੈ। ਇਹ ਸਾਡੇ ਲਈ ਕੰਮ ਕਦੇ ਨਹੀਂ ਕਰਨਗੇ। ਇਹ ਸਾਡੇ ਲਈ ਇਸ ਕਰਕੇ ਕੰਮ ਨਹੀਂ ਕਰਨਗੇ ਕਿਉਂਕਿ ਅਸੀਂ ਇਹਨਾਂ ਨੂੰ ਫੰਡਿੰਗ ਨਹੀਂ ਦੇ ਸਕਦੇ ਉਸ ਲੈਵਲ ਦੀ ਜਿਸ ਲੈਵਲ ਦੀ ਇਹਨਾਂ ਨੂੰ ਕਾਰਪੋਰੇਟ ਦਿੰਦਾ। ਇਸ ਲਈ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹ ਹਮੇਸ਼ਾ ਕਾਰਪੋਰੇਟ ਲਈ ਕੰਮ ਕਰਦੀਆਂ ਰਹੀਆਂ, ਕੰਮ ਕਰਦੀਆਂ ਰਹਿਣਗੀਆਂ, ਪਰ ਇਹਨਾਂ ਨੂੰ ਠੱਲ ਪਾਈ ਜਾ ਸਕਦੀ ਹੈ ਉਹ ਅਵੇਅਰਨੈਸ ਨਾਲ। ਅਗਰ ਲੋਕ ਅਵੇਅਰ ਹੋਣਗੇ ਤਾਂ ਇਸ ਜਿਹੜਾ ਹੈਗੇ ਛੋਟੇ ਲਾਲਚ ਨੂੰ ਆਪਾਂ ਛੱਡਾਂਗੇ, ਅੱਛੀ ਪੜ੍ਹਾਈ ਪੜ੍ਹਾਂਗੇ, ਆਪਣੇ ਬੱਚਿਆਂ ਨੂੰ ਅੱਛੇ ਸੰਸਕਾਰ ਦੇਵਾਂਗੇ, ਤਾਂ ਉਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਹੱਦ ਤੱਕ ਜਿਹੜੀਆਂ ਹੈਗੀਆਂ ਨੇ ਇਹ ਰੋਕੀਆਂ ਜਾ ਸਕਦੀਆਂ। ਬਟ ਉਹਦੇ ਲਈ ਸਾਨੂੰ ਸੰਘਰਸ਼ ਕਰਨਾ ਪਏਗਾ ਤੇ ਉਹਦੇ ਲਈ ਜਿਵੇਂ ਸਾਡੇ ਆ ਕਿਸਾਨ ਬੈਠੇ ਆ, ਅਸੀਂ ਇਹਨਾਂ ਦਾ ਸਾਥ ਦਈਏ। ਜਦੋਂ ਵੀ ਕੋਈ ਕਾਨੂੰਨ ਪਾਸ ਹੁੰਦਾ ਤਾਂ ਸਾਨੂੰ ਇਕਮੁੱਠ ਹੋਣਾ ਪਏਗਾ, ਯੂਨਾਈਟ ਹੋਣਾ ਪਏਗਾ ਤੇ ਇੱਕੋ ਇੱਕ ਤਰੀਕਾ ਜੀ ਯੂਨਾਈਟ ਹੋ ਕੇ ਅਸੀਂ ਜਿਹੜੀਆਂ ਸਰਕਾਰਾਂ ਨੂੰ ਠੱਲ ਪਾ ਸਕਦੇ ਆ ਜੋ ਵੀ ਸਾਡੇ ਨਾਲ ਧੱਕੇ ਕਰ ਰਹੀਆਂ। ਜੀ ਕਿਤੇ ਨਾ ਕਿਤੇ ਸਾਨੂੰ ਸਟੱਡੀ ਦੇ ਵਿੱਚ ਵੱਧ ਤੋਂ ਵੱਧ ਪੜ੍ਹਨ ਦੀ ਜ਼ਰੂਰਤ ਆ, ਜਾਗਰੂਕ ਹੋਣ ਦੀ ਜ਼ਰੂਰਤ ਆ। ਸੋ ਇਹਦੇ ਨਾਲ ਮੇਰਾ ਇੱਕ ਹੋਰ ਸਵਾਲ ਹੈ ਜੀ, ਗੱਲ ਕਰ ਲਈਏ ਹੁਣ ਜਿਵੇਂ ਕਿ BJP ਸਰਕਾਰ ਆਈ ਆ ਤੇ ਕਾਰਪੋਰੇਟ ਦਾ ਹੁਣ ਰੌਲਾ ਜ਼ਿਆਦਾ ਪੈ ਰਿਹਾ ਹੈ ਜੀ। ਜੇ ਆਪਾਂ ਪਹਿਲੇ ਦੇ ਸਮੇਂ ਦੀ ਗੱਲ ਕਰ ਲਈਏ, ਪਹਿਲਾਂ ਵੀ ਕਾਰਪੋਰੇਟ ਕਿਸ ਤਰ੍ਹਾਂ ਜਿਹੜਾ ਆ ਆਪਣੇ ਦੇਸ਼ ਦੇ ਵਿੱਚ ਕਦੋਂ ਤੋਂ ਉਹ ਫੰਡਿੰਗ ਕਰਨੀ ਸ਼ੁਰੂ ਕੀਤੀ, ਕਿਸ ਤਰ੍ਹਾਂ ਉਹਨਾਂ ਨੇ ਦੇਸ਼ ਨੂੰ ਆਪਣੇ ਇੱਕ ਤਰ੍ਹਾਂ ਕਬਜ਼ੇ ਹੇਠ ਕਹਿ ਸਕਦੇ ਵੀ ਦੇਸ਼ ਨੂੰ ਆਪਣੇ ਕਬਜ਼ੇ ਹੇਠ ਲਿਆ ਵਾ, ਇਹ ਕਦੋਂ ਹੋਇਆ, ਕਿਸ ਤਰ੍ਹਾਂ ਹੋਇਆ ਜੀ? ਦੇਖੋ ਜੀ, ਇਹ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ, ਇਹ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਜੀ। ਬਟ ਹੁਣ ਇਹਦਾ ਜਿਹੜਾ ਟ੍ਰੈਪ ਹੈ ਉਹ ਬਹੁਤ ਜ਼ਿਆਦਾ ਕਾਬਜ ਹੋ ਗਿਆ, ਆਪਾਂ ਇਹ ਕਹਿ ਸਕਦੇ ਹਾਂ। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ, ਏਅਰਪੋਰਟਸ, ਰੇਲਵੇ ਸਟੇਸ਼ਨ, ਕੋਲ ਮਾਈਨਸ, ਤੁਸੀਂ ਆਪਣੇ BSNL ਦਾ ਹਾਲ ਦੇਖਿਆ, ਇਹਨੂੰ ਕਿੱਦਾਂ ਉਹਨਾਂ ਨੇ ਖਾ ਲਿਆ। ਮਤਲਬ ਟੋਟਲੀ ਜਿਹੜੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਹੋ ਚੁੱਕਾ ਹੈ ਕਾਰਪੋਰੇਟਸ ਦਾ। ਬੇਸਿਕਲੀ ਕਾਰਪੋਰੇਟ ਹੀ ਸਾਡੇ ਦੇਸ਼ ਨੂੰ ਚਲਾ ਰਿਹਾ ਹੈ, ਸਿਰਫ ਇਹ ਦਿਖਾਉਣ ਨੂੰ ਹੈ ਕਿ ਪ੍ਰਾਈਮ ਮਿਨਿਸਟਰ ਸਾਡੇ ਜਿਹੜੇ ਹੈਗੇ ਦੇਸ਼ ਨੂੰ ਚਲਾਉਂਦੇ ਹੈ, ਬਟ ਸਾਰੀਆਂ ਪਾਲਿਸੀਜ਼ ਉਹੀ ਪਾਸ ਕੀਤੀਆਂ ਜਾਂਦੀਆਂ ਜਿਹੜੀਆਂ ਕਾਰਪੋਰੇਟ ਪਿੱਛੋਂ ਇਹਨਾਂ ਨੂੰ ਬਣਾ ਕੇ ਦਿੰਦਾ। ਜਿਵੇਂ ਆਪਾਂ ਅਕਸਰ TV 'ਚ ਦੇਖਦੇ ਹਾਂ ਕਿ ਇਹ ਬਹੁਤ ਰੌਲਾ ਪੈ ਰਿਹਾ। ਰਵੀਸ਼ ਕੁਮਾਰ ਨੇ ਵੀ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੋ ਵੀ ਪਾਲਿਸੀਜ਼ ਨੇ ਇਹ ਕਾਰਪੋਰੇਟ ਦੁਆਰਾ ਬਣਾਈਆਂ ਜਾਂਦੀਆਂ, ਸਾਡੇ ਤੇ ਇੰਪਲੀਮੈਂਟ ਕੀਤੀਆਂ ਜਾਂਦੀਆਂ ਸਰਕਾਰ ਦੁਆਰਾ। ਤੇ ਇਹਦੇ ਤੋਂ ਜਿਹੜਾ ਛੁਟਕਾਰਾ ਹੈ ਉਹ ਸਿਰਫ ਇੱਕੋ ਤਰੀਕੇ ਹੀ ਪਾਇਆ ਜਾ ਸਕਦਾ ਹੈ ਕਿ ਸਾਨੂੰ ਅਵੇਅਰ ਹੋਣਾ ਪਏਗਾ, ਸਾਨੂੰ ਜਿਹੜਾ ਹੈਗਾ ਸੰਘਰਸ਼ ਕਰਨਾ ਪਏਗਾ, ਸਾਨੂੰ ਮਤਲਬ ਆਪਦੇ ਛੋਟੇ ਲਾਲਚ ਛੱਡਣੇ ਪੈਣਗੇ, ਸਾਨੂੰ ਕਿਤੇ ਨਾ ਕਿਤੇ ਇਹ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣਾ ਪਏਗਾ। ਸਾਨੂੰ ਜਿਹੜੀਆਂ ਇਹ ਸਾਨੂੰ ਬਹਿਕਾਵੇ 'ਚ ਲੈਂਦੇ ਨੇ, ਸਾਨੂੰ ਉਹਦੇ ਲਈ ਥੋੜਾ ਅਵੇਅਰ ਹੋਣਾ ਪਏਗਾ, ਤਾਂ ਇਹਦੇ ਤੋਂ ਜਿਹੜਾ ਹੈਗਾ ਛੁਟਕਾਰਾ ਪਾਇਆ ਜਾ ਸਕਦਾ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਹਰਪ੍ਰੀਤ ਸਿੰਘ ਗੋਲੂਕੇ ਜੀ, ਹੁਣੇ ਸਾਡੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਸਵਾਮੀਨਾਥਨ ਕਮਿਸ਼ਨ ਦੇ ਰਿਪੋਰਟ ਦੇ ਬਾਰੇ ਵਿੱਚ ਕਿ ਜਦੋਂ ਵੀ ਕਿਸਾਨੀ ਮੁੱਦਾ ਹੁੰਦਾ, ਜਦੋਂ ਵੀ ਮੀਟਿੰਗਾਂ ਹੋਈਆਂ, BJP ਸਰਕਾਰ ਨੇ ਵੀ ਵਾਅਦਾ ਕੀਤਾ ਸੀ ਕਿ ਇਸ ਨੂੰ ਲਾਗੂ ਕਰਾਂਗੇ। ਇਹਦੀ ਅਸਲ ਸੱਚਾਈ ਕੀ ਹੈ, ਕੀ ਇਹ ਸਵਾਮੀਨਾਥਨ ਜਿਹੜੀ ਕਮਿਸ਼ਨ ਰਿਪੋਰਟ ਹੈ ਇਹਦੇ ਨਾਲ ਕੀ ਫਾਇਦਾ ਹੋ ਸਕਦਾ ਆ, ਕਦੋਂ ਪਹਿਲਾਂ ਵੀ ਜਦੋਂ ਹਰੀ ਕ੍ਰਾਂਤੀ ਉਹਦੇ ਵਿੱਚ ਸਵਾਮੀਨਾਥਨ ਦਾ ਜਿਹੜਾ ਆ ਉਹ ਕੀ ਹਿੱਸਾ ਰਿਹਾ ਆ। ਸੋ ਨਾਲ ਜਿਹੜੇ ਆ ਜੋ ਵੀ ਮੁੱਦਾ ਕਾਰਪੋਰੇਟ ਦਾ ਹੈਗਾ ਜਾਂ ਪੂੰਜੀਵਾਦ ਜਾਂ ਸਮਾਜਵਾਦ ਦਾ ਮੁੱਦਾ, ਉਹਨਾਂ ਬਾਰੇ ਵੀ ਕਲੀਅਰਲੀ ਸਾਨੂੰ ਜਿਹੜਾ ਆ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹਦੇ ਨਾਲ ਆਪਾਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੇ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਸੋ ਦੇਖਦੇ ਰਹੋ ਜਿੰਦਾਬਾਦ ਚੈਨਲ।